ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੋਏਗੀ ਜਦੋਂ ਤੁਸੀਂ ਰੋਜ਼ਾਨਾ ਅਰਥਾਂ ਸਮੇਤ ਸਹਿਜ ਪਾਠ ਕਰਦੇ ਹੋਵੋਗੇ। ਜੇ ਤੁਹਾਡੇ ਪਰਿਵਾਰ ਦੇ ਮੈਂਬਰ ਵੀ ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਨੇ, ਅੰਦਰ ਝਾਤੀ ਮਾਰ ਕੇ ਦੇਖੋ ਕਿੰਨੀ ਖੁਸ਼ੀ ਹੋ ਰਹੀ ਹੈ। ਜੇ ਬੱਚੇ ਵੀ ਤੁਹਾਡੇ ਸਹਿਜ ਪਾਠ ਕਰਦੇ ਨੇ, ਅੰਦਰ ਝਾਤੀ ਮਾਰੋ ਕਿੰਨਾ ਸ਼ੁਕਰਾਨਾ ਜਾਗ ਰਿਹਾ ਹੈ। ਇਸ ਤੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਨੇ। ਜੇ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ, ਸ਼ਰੀਕੇ ਦੇ, ਮਿੱਤਰਾਂ ਦੋਸਤਾਂ ਦੇ ਬੱਚਿਆਂ ਨੂੰ ਵੀ ਅਰਥਾਂ ਸਮੇਤ ਸਹਿਜ ਪਾਠ ਕਰਨ ਲਾ ਦਿੱਤਾ ਹੈ, ਤੁਸੀਂ ਪ੍ਰੇਰਿਤ ਕੀਤਾ ਹੈ, ਸੋਚ ਕੇ ਦੇਖੋ ਗੁਰੂ ਸਾਹਿਬ ਕਿੰਨੇ ਖੁਸ਼ ਹੁੰਦੇ ਹੋਣਗੇ। ਤੁਸੀਂ ਗੁਰੂ ਦੇ ਮਿਸ਼ਨ ਨੂੰ ਘਰ ਘਰ ਤੱਕ ਲਿਜਾਣ ਦੀ ਸੇਵਾ ਕਰ ਰਹੇ ਹੋ। ਜਿਨ੍ਹਾਂ ਨੇ ਸਕੂਲ, ਕਾਲਜ, ਯੂਨੀਵਰਸਿਟੀਜ਼ ਦੇ ਵਿੱਚ ਸਟੂਡੈਂਟਸ ਨੂੰ ਅਰਥਾਂ ਸਮੇਤ ਸਹਿਜ ਪਾਠ ਕਰਨ ਵਾਸਤੇ ਪ੍ਰੇਰਿਤ ਕੀਤਾ ਹੈ, ਤੇ ਅੰਦਰੋਂ ਮਹਿਸੂਸ ਕਰਕੇ ਦੇਖੋ ਗੁਰੂ ਕਲਗੀਧਰ ਸਾਹਿਬ ਜੀ ਕਿੰਨੇ ਖੁਸ਼ ਹੁੰਦੇ ਹੋਣਗੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿੰਨੇ ਖੁਸ਼ ਹੁੰਦੇ ਹੋਣਗੇ, ਕਿਉਂਕਿ ਗੁਰੂ ਪਾਤਸ਼ਾਹ ਦਾ ਸੁਪਨਾ ਸੀ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਤੁਸੀਂ ਬਖਸ਼ਿਸ਼ਾਂ ਦੇ ਪਾਤਰ ਬਣੇ। ਹਰ ਗੁਰਸਿੱਖ ਨੇ ਘਰ ਘਰ ਸੰਦੇਸ਼ ਲਿਜਾਣਾ ਹੈ, ਹਰ ਇੱਕ ਦੇ ਹਿਰਦੇ ਨੂੰ ਮਿੱਠਾ ਮਿੱਠਾ ਹਲੂਣਾ ਦੇਣਾ ਹੈ, ਪੁੱਛਣਾ ਹੈ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ। ਜੇ ਕਰ ਦਿੱਤਾ ਹੈ ਤਾਂ ਵੱਡੇ ਭਾਗਾਂ ਵਾਲੇ ਹੋ। ਜੇ ਹਾਲੇ ਨਹੀਂ ਸ਼ੁਰੂ ਹੋਇਆ ਤਾਂ ਕਿਸ ਗੱਲ ਨੂੰ ਸੋਚਦੇ ਹੋ। ਕਿਤੇ ਆਲਸ ਤਾਂ ਨਹੀਂ ਤੁਹਾਨੂੰ ਜ਼ੋਰ ਪਾ ਰਿਹਾ, ਕਿਤੇ ਦੁਬਿਧਾ ਵਿੱਚ ਤਾਂ ਨਹੀਂ, ਕਿਤੇ ਅੱਜ ਦਾ ਕੰਮ ਕੱਲ੍ਹ ਤੇ ਛੱਡ ਕੇ ਐਵੇਂ ਤਾਂ ਨਹੀਂ ਸੋਚੀ ਜਾ ਰਹੇ। ਜਾਗੋ, ਆਪਾਂ ਗੁਰੂ ਕੇ ਗੁਰਸਿੱਖ ਹਾਂ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜਿਉ ਸਕਦੀ, ਇਸੇ ਤਰ੍ਹਾਂ ਗੁਰਸਿੱਖ ਬਾਣੀ ਤੋਂ ਬਿਨਾਂ ਅਧੂਰਾ ਹੈ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ, ਘਰ ਘਰ ਵਿੱਚ ਪਹੁੰਚ ਚੁੱਕੀ ਹੈ। ਆਪਾਂ ਵੀ ਲਾਹਾ ਪ੍ਰਾਪਤ ਕਰੀਏ। ਹਰ ਇੱਕ ਨੂੰ ਇੱਕੋ ਹੀ ਸਵਾਲ ਪੁੱਛੀਏ ਕਿ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ। ਆ ਤੁਹਾਡਾ ਸਵਾਲ ਪੁੱਛਣਾ ਇੱਕ ਪਰਉਪਕਾਰ ਬਣ ਜਾਏਗਾ। ਸ਼ੁਕਰ ਵਾਹਿਗੁਰੂ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅੱਜ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 259 ਦੇ ਉੱਪਰ। 269 ਦੇ ਉੱਪਰ, ਸੌਰੀ। ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ। ਪੰਜਵੀਂ ਅਸ਼ਟਪਦੀ ਦਾ 6ਵਾਂ ਪਦਾ ਸ਼ੁਰੂ ਹੋ ਰਿਹਾ। ਆਓ ਲਾਹਾ ਪ੍ਰਾਪਤ ਕਰੀਏ ਜੀ। ਬਿਰਥੀ ਸਾਕਤ ਕੀ ਆਰਜਾ। ਤਾਕਤ, ਜਿਹੜਾ ਧਿਆਨ ਵਾਹਿਗੁਰੂ ਜੀ ਦੀ ਯਾਦ ਨੂੰ ਭੁਲਾ ਬੈਠਾ ਹੈ, ਜਿਹੜੀ ਮੱਤ ਵਾਹਿਗੁਰੂ ਜੀ ਦੀ ਭੈ ਭਾਵਨੀ ਤੋਂ ਬਿਨਾਂ ਮਨ ਦੀਆਂ ਮਰਜ਼ੀਆਂ ਦੇ ਪਿੱਛੇ ਲੱਗ ਕੇ ਫੈਸਲੇ ਲੈਂਦੀ ਹੈ, ਉਹ ਅਵਸਥਾ ਸਾਕਤ ਹੈ, ਅੰਦਰੋਂ ਟੁੱਟਿਆ ਹੋਇਆ। ਸੁਰਤ ਦਿਸ਼ਾ ਵਾਹਿਗੁਰੂ ਜੀ ਦੇ ਮਾਰਗ ਤੋਂ ਟੁੱਟ ਗਈ ਹੈ। ਬਿਰਥੀ ਸਾਕਤ ਕੀ ਆਰਜਾ, ਉਹਦੀ ਜੋ ਉਮਰ ਬਤੀਤ ਹੋ ਰਹੀ ਹੈ ਫਜ਼ੂਲ ਜਾ ਰਹੀ ਹੈ, ਵਿਅਰਥ ਜਾ ਰਹੀ ਹੈ। ਸਾਚ ਬਿਨਾ ਕਹਿ ਹੋਵਤ ਸੂਚਾ, ਜਿੰਨਾ ਚਿਰ ਸਾਡਾ ਮਨ ਸੱਚ ਦੇ ਵੱਲ, ਰੱਬ ਦੇ ਗੁਣਾਂ ਨੂੰ ਧਾਰਨ ਨਹੀਂ ਕਰੇਗਾ, ਜ਼ੁਬਾਨ ਵਿੱਚੋਂ ਮਿੱਠੇ ਬੋਲ, ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣਾ, ਰੱਬ ਦੀਆਂ ਦਾਤਾਂ ਪ੍ਰਾਪਤ ਕਰਕੇ ਨਿਮਰਤਾ ਵਿੱਚ ਜਿਉਣਾ, ਪਰਉਪਕਾਰ ਵਰਗੇ ਗੁਣਾਂ ਨੂੰ ਜ਼ਿੰਦਗੀ ਦਾ ਗਹਿਣਾ ਬਣਾ ਲੈਣਾ। ਜਿੰਨਾ ਮਨ ਪ੍ਰੈਕਟੀਕਲ ਰੂਪ ਵਿੱਚ ਗੁਣਾਂ ਨੂੰ ਜਿਉਏਗਾ, ਸਮਝ ਲਓ ਸੱਚ ਦੇ ਨਾਲ ਰਿਸ਼ਤਾ ਪਾ ਲਏਗਾ।
ਜਿੰਨਾ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੀ ਸੋਚ ਸੁਭਾਅ 'ਤੇ ਲਾਗੂ ਕਰਕੇ ਇਹਨੂੰ ਜਿਉਵਾਂਗੇ, ਸੱਚ ਨਾਲ ਰਿਸ਼ਤਾ ਪੈ ਗਿਆ। ਤੇ ਸੱਚ ਤੋਂ ਬਿਨਾਂ ਇਹ ਕਿਵੇਂ ਸੁੱਚਾ ਹੋ ਸਕਦਾ ਹੈ? ਭਾਵੇਂ ਆਮ ਕਲਚਰ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਉਹਨੇ ਤੀਰਥ ਸਥਾਨ 'ਤੇ ਜਾ ਕੇ ਇਸ਼ਨਾਨ ਕਰ ਲਿਆ, ਸੁੱਚਾ ਹੋ ਗਿਆ। ਪਾਣੀ ਦਾ ਸੰਬੰਧ ਸਰੀਰ ਦੀ ਸਫਾਈ ਨਾਲ ਹੈ। ਉਹ ਸਰੀਰ ਦੀ ਸਫਾਈ ਨੂੰ ਵੀ ਸੁਚਮਤਾ ਕਹਿ ਦਿੱਤਾ ਜਾਂਦਾ। ਪਰ ਬਾਣੀ ਦਾ ਸੰਬੰਧ ਸੁਭਾਅ ਦੀ ਸੁਚਮਤਾ ਨਾਲ ਹੈ, ਸੋਚ ਦੀ ਸੁਚਮਤਾ ਨਾਲ। ਉਹਦੇ ਤੋਂ ਬਿਨਾਂ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਣ ਤੋਂ ਬਿਨਾਂ ਵਾਹਿਗੁਰੂ ਜੀ ਦੀ ਭੈ ਭਾਵਨੀ, ਵਾਹਿਗੁਰੂ ਜੀ ਪਿਆਰੇ ਦੀ ਗਲਵਕੜੀ ਦਾ ਰਸ, ਉਹਦੇ ਪਿਆਰ ਦਾ ਰਸ, ਉਹਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਜਿਉਣ ਤੋਂ ਬਿਨਾਂ ਇਹ ਸੁਭਾਅ ਤੇ ਸੋਚ ਸੁੱਚੀ ਨਹੀਂ ਹੋ ਸਕਦੀ। ਇੱਦਾਂ ਸਮਝ ਲਓ, ਬਿਰਥਾ ਨਾਮ ਬਿਨਾ ਤਨ ਅੰਧ ਨਾਮ। 3 ਹਿੱਸੇ ਆਪਾਂ ਪਿੱਛੇ ਵੀ ਵਿਚਾਰਦੇ ਰਹੇ ਹਾਂ। ਰੱਬ ਦਾ ਬਣਾਇਆ ਹੋਇਆ ਨਿਜ਼ਮ, ਜਿਹਨੂੰ ਹੁਕਮ ਕਿਹਾ, ਉਹ ਵੀ ਨਾਮ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਉਸ ਨੂੰ ਫੋਲੋ ਕਰਨਾ। ਕਿਵੇਂ ਫੋਲੋ ਕਰਨਾ? ਦੂਸਰਾ ਨਾਮ ਹੈ ਗਿਆਨ ਰੂਪੀ ਨਾਮ। ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਣਾ। ਸਿੱਖਿਆਵਾਂ 2 ਰੂਪ ਵਿੱਚ ਨੇ। ਆਹ ਕੰਮ ਕਰਨੇ ਨੇ, ਆਹ ਨਹੀਂ ਕਰਨੇ। ਨਿੰਦਾ ਨਹੀਂ ਕਰਨੀ, ਔਗਣ ਨਹੀਂ ਦੇਖਣੇ। ਗੁਣਾਂ ਦੀ ਸਾਂਝ ਕਰਨੀ ਹੈ, ਗੁਣਾਂ ਨੂੰ ਦੇਖਣਾ ਹੈ। ਗਿਆਨ ਰੂਪੀ ਨਾਮ ਨੂੰ ਮੰਨਣਾ ਹੀ ਰੱਬ ਦੇ ਨਿਜ਼ਮ ਰੂਪੀ ਨਾਮ ਨੂੰ ਫੋਲੋ ਕਰਨਾ ਹੈ। ਫਿਰ ਪਿਆਰੇ ਦੀ ਮਿੱਠੀ ਮਿੱਠੀ ਯਾਦ ਹਰ ਵੇਲੇ ਚੱਲਦੀ, ਪਿਆਰੇ ਵੱਲ ਖਿੱਚ ਰਹਿੰਦੀ, ਪਿਆਰੇ ਦੀਆਂ ਯਾਦਾਂ ਅੰਦਰ ਬਣਦੀਆਂ ਨੇ। ਉਹਨੂੰ ਸਿਮਰਨ ਕਿਹਾ। ਸਿਮਰਨ ਦਾ ਸੰਬੰਧ ਸਿਮਰਤੀ ਨਾਲ ਹੈ, ਯਾਦ ਸ਼ਕਤੀ ਨਾਲ ਹੈ। ਮਿੱਠੀ ਮਿੱਠੀ ਯਾਦ ਹਰ ਵੇਲੇ, ਉਹਦੀ ਭੈ ਭਾਵਨੀ, ਇਹ ਧਿਆਨ ਰੂਪੀ ਨਾਮ ਹੈ। ਇਹਦੇ ਤੋਂ ਬਿਨਾਂ ਮਨੁੱਖ ਦੇ ਕੋਲ ਸੋਝੀ ਨਹੀਂ, ਅੰਧਾ ਹੈ। ਬਿਰਥਾ ਨਾਮ ਬਿਨਾ ਤਨ ਅੰਧ, ਮਨ ਅੰਧਾ ਹੈ। ਤੇ ਇਹ ਸਰੀਰ ਐਵੇਂ ਵਿਅਰਥ ਹੈ। ਨਾਮ ਤੋਂ ਬਿਨਾਂ ਕੁਛ ਨਹੀਂ ਕਰ ਸਕਿਆ, ਨਾ ਪਰਉਪਕਾਰ, ਨਾ ਦੂਜਿਆਂ ਲਈ ਕੁਛ। ਵਿਜ਼ਨ ਹੀ ਨਹੀਂ, ਮਿਸ਼ਨ ਹੀ ਨਹੀਂ। ਸੋਚ ਛੋਟੀ ਹੋ ਗਈ। ਆਪਣੇ ਲਈ ਜਿਉ ਲਿਆ, ਆਪਣੇ ਪਰਿਵਾਰ ਲਈ ਜਿਉ ਲਿਆ, ਬੱਚਿਆਂ ਲਈ ਜਿਉ ਲਿਆ। ਹੈਰਾਨੀ ਦੀ ਗੱਲ ਹੈ, ਉਹ ਵੀ ਖਿੱਚ ਖਿੱਚ ਦੇ ਵਿੱਚ ਜਿਉ ਰਿਹਾ, ਐਵੇਂ ਵਿਅਰਥ ਜਾ ਰਿਹਾ ਹੈ। ਮੁਖ ਆਵਤ ਤਾਂ ਕਹਿ ਦੁਰਗੰਧ, ਜ਼ੁਬਾਨ ਦੇ ਵਿੱਚੋਂ ਨਿੰਦਾ, ਚੁਗਲੀ, ਹੰਕਾਰ ਦੇ ਬੋਲ, ਲੋਭ ਲਾਲਚ ਦੇ ਬੋਲ, ਨਫ਼ਰਤ ਦੇ ਬੋਲ, ਇਹ ਰੱਬ ਨੂੰ ਦੁਰਗੰਧ ਆਉਂਦੀ ਹੈ। ਇਹ ਭੈੜੇ ਨੇ ਬੋਲ, ਇਹ ਚੰਗੇ ਨਹੀਂ ਲੱਗਦੇ। ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ। ਬ੍ਰਿਥਾ, ਜਿੱਥੇ ਪੈਰ ਵਿੱਚ ਰਾਰਾ ਚਲੇ ਜਾਂਦਾ ਹੈ, ਉਹ ਉੱਪਰਲੇ ਅੱਖਰ ਨੂੰ ਲੱਗੀ ਹੋਈ ਸਿਹਾਰੀ ਉਸ ਪੈਰੀ ਲੱਗੇ ਰਾਰੇ ਨੂੰ ਲੱਗ ਜਾਂਦੀ, ਬ੍ਰਿਥਾ। ਜੇ ਰਾਰਾ ਪੂਰਾ ਹੋਵੇ ਤਾਂ ਬਿਰਥਾ, ਵਿਅਰਥ, ਫਜ਼ੂਲ। ਐਵੇਂ ਜਾ ਰਹੀ ਹੈ ਜ਼ਿੰਦਗੀ, ਕਿਉਂਕਿ ਰੱਬ ਦੀ ਅੰਦਰ ਯਾਦ ਨਹੀਂ। ਮੱਤ ਫੈਸਲੇ ਲੈਂਦੀ ਮਨ ਦੀਆਂ ਮਰਜ਼ੀਆਂ ਦੇ ਪਿੱਛੇ ਲੱਗ ਕੇ। ਮਨ ਦੀਆਂ ਮਰਜ਼ੀਆਂ ਪਿੱਛੇ ਜ਼ੁਬਾਨ ਦੇ ਬੋਲ ਖਿਲਾਰਾ ਪਾ ਦਿੰਦੇ ਨੇ। ਮਨ ਦੀਆਂ ਮਰਜ਼ੀਆਂ ਦੇ ਪਿੱਛੇ ਲਏ ਹੋਏ ਫੈਸਲੇ ਰੱਬ ਦੀ ਭੈ ਭਾਵਨੀ ਨੂੰ ਭੁਲਾ ਦਿੰਦੇ ਨੇ। ਉਹ ਜੋ ਮਿੱਠੀ ਮਿੱਠੀ ਯਾਦ ਹੈ, ਉਹ ਸਿਮਰਨ ਹੈ। ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ। ਉਹ ਤਾਂ ਇੰਜ ਵਿਅਰਥ ਜਾ ਰਿਹਾ ਜੀਵਨ, ਜਿਵੇਂ ਮੇਘ ਬਿਨਾ ਜਿਉਂ ਖੇਤੀ ਜਾਏ। ਜੇ ਬਾਰਿਸ਼ ਨਹੀਂ ਮਿਲੇਗੀ, ਪਾਣੀ ਨਹੀਂ ਮਿਲੇਗਾ, ਤੇ ਖੇਤੀ ਵਿਅਰਥ ਹੈ। ਕੋਈ ਫਰੂਟ ਹੀ ਨਹੀਂ, ਉਸ ਨੂੰ ਝਾੜ ਹੀ ਨਹੀਂ ਲੱਗਿਆ, ਰਿਜ਼ਲਟ ਨਹੀਂ। ਜੇ ਧਰਮ ਦੇ ਕਰਮ ਕਰਦੇ ਹਾਂ, ਸਾਡਾ ਸੁਭਾਅ ਨਹੀਂ ਬਦਲਿਆ, ਸੋਚ ਨਹੀਂ ਬਦਲੀ, ਤਾਂ ਰਿਜ਼ਲਟ ਲੈਸ ਹੈ। ਰਿਜ਼ਲਟ ਤੋਂ ਬਿਨਾਂ ਫਿਜ਼ੂਲ ਹੈ। ਇਸ ਲਈ ਗੁਰਬਾਣੀ ਦੀਆਂ ਸਿੱਖਿਆਵਾਂ ਘਰ ਘਰ ਤੱਕ ਪਹੁੰਚਾਉਣ ਦੀ ਲੋੜ ਹੈ। ਕੱਲੀਆਂ ਸਿੱਖਿਆਵਾਂ ਨਹੀਂ, ਪ੍ਰੇਰਨਾਵਾਂ ਦੇਣ ਦੀ ਲੋੜ ਹੈ। ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਦੇਣ ਦੀ ਲੋੜ ਹੈ। ਜਿਹਨੇ ਨੌਜਵਾਨ ਵੀਰ ਨੇ ਆਪਣੀ ਲਾਈਫ ਪਾਰਟਨਰ, ਪਤਨੀ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ, ਉਹਦੇ ਕੋਲ ਜਿਹੜੀ ਕਲਾ ਹੁੰਦੀ ਹੈ, ਉਹ ਬੱਚਿਆਂ ਨੂੰ ਸੰਭਾਲਣ ਦੀ ਕਲਾ ਹੁੰਦੀ ਹੈ। ਉਹ ਬੱਚਿਆਂ ਨੂੰ ਮਿਹਨਤ ਸਿਖਾਉਂਦੇ, ਬੱਚਿਆਂ ਦਾ ਧਿਆਨ ਰੱਖਦੇ ਨੇ। ਉਸ ਚੀਜ਼ ਦੀ ਕਦਰ ਕਰਨੀ ਚਾਹੀਦੀ ਹੈ। ਪਤੀ ਪਤਨੀ ਨੂੰ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਗਹਿਰਾਈ 'ਚ ਸਮਝਣਾ ਚਾਹੀਦਾ ਹੈ। ਫਿਰ ਉਹਦੀ ਕਦਰ ਕਰਨੀ ਚਾਹੀਦੀ ਹੈ।
ਇਹ ਗੁਰਬਾਣੀ ਦੀਆਂ ਸਿੱਖਿਆਵਾਂ ਨੇ ਸਿਖਾਉਣਾ ਹੈ। ਜਿੰਨਾ ਰੱਬ ਦੇ ਭੈ ਵਿੱਚ ਜਿਉਵਾਂਗੇ, ਰੱਬ ਦੇ ਪਿਆਰ ਵਿੱਚ ਜਿਉਵਾਂਗੇ, ਉਨਾ ਇਹ ਸੌਖਾ ਹੋ ਜਾਏਗਾ। ਉਹਦੇ ਤੋਂ ਬਿਨਾਂ ਇਹ ਖੇਤੀ ਉਜੜ ਜਾਂਦੀ ਹੈ। ਆਖੋ ਵਾਹਿਗੁਰੂ, ਵਿਅਰਥ ਜਾ ਰਿਹਾ ਹੈ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ। ਭਜਨ ਹੈ ਰੱਬ ਦੇ ਨਿਜ਼ਮ ਵਿੱਚ ਜਿਉਣਾ, ਰੱਬ ਦੇ ਗੁਣਾਂ ਵਾਲਾ ਜੀਵਨ ਜਿਉਣਾ, ਰੱਬੀ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਮੰਨਣਾ। ਇਹ ਸਾਰੀਆਂ ਗੱਲਾਂ ਨੂੰ ਇੱਕੋ ਸ਼ਬਦ ਵਿੱਚ ਸਮੇਟਿਆ ਜਾ ਸਕਦਾ ਹੈ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸੋਚ ਤੇ ਸੁਭਾਅ 'ਤੇ ਲਾਗੂ ਕਰਕੇ ਜ਼ਿੰਦਗੀ ਵਿੱਚ ਪ੍ਰੈਕਟੀਕਲ ਜਿਉਣਾ। ਜਿਵੇਂ ਸਾਡੇ ਗੁਰੂ ਪਿਤਾ ਜੀ ਨੇ ਦੂਜਿਆਂ ਲਈ ਜਿਉਂ ਕੇ ਦਿਖਾਇਆ, ਉਸੇ ਤਰ੍ਹਾਂ ਅਸੀਂ ਵੀ ਦੂਜਿਆਂ ਲਈ ਜਿਉਣਾ। ਜੇ ਰੱਬ ਦਾ ਭਜਨ ਨਹੀਂ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ, ਸਿਮਰਨ ਦਾ ਰਸ ਨਹੀਂ, ਜਿਉਂ ਕਿਰਪਨ ਕੇ ਨਰਾਰਥ ਦਾਮ, ਇਹ ਇੰਜ ਵਿਅਰਥ ਜਾਂਦਾ। ਕਿਰਪਨ ਹੁੰਦਾ ਕੰਜੂਸ। ਜਿਵੇਂ ਕੰਜੂਸ ਬੰਦਾ ਪੈਸਾ ਤਾਂ ਜੋੜ ਲੈਂਦਾ, ਪ੍ਰਾਪਰਟੀ ਤਾਂ ਬਣਾ ਲੈਂਦਾ, ਸੁੱਖ ਨਹੀਂ ਮਾਣਦਾ, ਐਵੇਂ ਚਲੇ ਜਾਂਦੇ, ਅੱਗੋਂ ਦੀਆਂ ਅਗਲੀਆਂ ਪੀੜ੍ਹੀਆਂ ਵਰਤਦੀਆਂ ਨੇ। ਜਿਹੜਾ ਵੀ ਬੰਦਾ ਕੰਜੂਸ ਹੋ ਕੇ ਪੈਸੇ ਜੋੜ ਕੇ ਆਪਣੇ ਬੱਚਿਆਂ ਨੂੰ ਛੱਡ ਜਾਂਦਾ, ਉਹਨਾਂ ਨੂੰ ਮਿਹਨਤ ਦਾ ਨਹੀਂ ਪਤਾ, ਕਮਾਈ ਕਿਵੇਂ ਹੈ, ਐਵੇਂ ਸਾਰਾ ਕੁਝ ਗਵਾ ਲਿਆ। ਜ਼ਿੰਦਗੀ ਦਾ ਮਕਸਦ, ਜ਼ਿੰਦਗੀ ਦਾ ਮਿਸ਼ਨ ਹੈ ਰੱਬ ਦੇ ਭੈ ਵਿੱਚ, ਰੱਬ ਦੇ ਪਿਆਰ ਵਿੱਚ ਜਿਉਣਾ, ਦੂਜਿਆਂ ਲਈ ਜਿਉਣਾ, ਕੁਝ ਕਰ ਜਾਣਾ। ਆਖੋ ਵਾਹਿਗੁਰੂ। ਜਿਹਦੇ ਲਈ ਕੁਝ ਕਰੋਗੇ, ਉਹਦੇ ਘਰ ਵਿੱਚ ਜਦੋਂ ਬਦਲਾਵ ਆਏਗਾ, ਉਹਦੇ ਬੱਚਿਆਂ 'ਚ ਬਦਲਾਵ ਆਏਗਾ, ਉਹਦੇ ਆਪਸੀ ਰਿਸ਼ਤਿਆਂ ਵਿੱਚ ਬਦਲਾਵ ਆਏਗਾ, ਤਾਂ ਉਹਨੂੰ ਲੱਗੇਗਾ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਹੈ, ਉਹਦੇ ਲਈ ਧੰਨਵਾਦ ਕਹਿਣਾ ਵੀ ਸ਼ਬਦ ਛੋਟਾ ਹੋ ਜਾਂਦਾ ਹੈ। ਗੁਰੂ ਕੇ ਗੁਰਸਿੱਖ ਤਾਂ ਪਰਉਪਕਾਰੀ ਨੇ। ਇਹਦੇ ਤੋਂ ਬਿਨਾਂ ਤਾਂ ਜਿਵੇਂ ਕੰਜੂਸ ਦਾ ਕਮਾਇਆ ਹੋਇਆ ਧਨ ਕਿਸੇ ਕੰਮ ਨਹੀਂ, ਇਸੇ ਤਰ੍ਹਾਂ ਜੀਵਨ ਵਿਅਰਥ ਜਾ ਰਿਹਾ। ਧਨ ਧਨ ਤੇ ਜਨ, ਜਿਹ ਘਟ ਵਸਿਓ ਹਰਿ ਨਾਮ, ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਰੂਪੀ ਨਾਮ ਵਸ ਗਿਆ, ਰੱਬੀ ਉਪਦੇਸ਼ ਵਸ ਗਏ, ਆਪ ਜਿਨ੍ਹਾਂ ਨੇ ਰੱਬੀ ਉਪਦੇਸ਼ਾਂ ਨੂੰ ਖਿੜੇ ਮੱਥੇ ਮੰਨਿਆ, ਜ਼ਿੰਦਗੀ 'ਚ ਜਿਉਇਆ, ਧਨ ਨੇ ਉਹ। ਕਿਉਂਕਿ ਵਾਹਿਗੁਰੂ ਜੀ ਦੇ ਚਾਕਰ ਬਣ ਜਾਂਦੇ ਨੇ, ਜਨ ਬਣ ਜਾਂਦੇ ਨੇ, ਸੇਵਕ। ਨਾਨਕ ਤਾਂ ਕਹਿ ਬਲ ਬਲ ਜਾਉ। ਉਹ ਜੀਵਨ ਕਿੰਨਾ ਕੀਮਤੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਨਕ ਸ਼ਬਦ ਵਰਤ ਕੇ ਕਹਿੰਦੇ, ਮੈਂ ਉਹਨਾਂ ਤੋਂ ਬਲਿਹਾਰ ਜਾਨਾ। ਆਹਾ, ਇੰਨਾ ਕੀਮਤੀ ਹੈ ਜੀਵਨ ਇਹ। ਅਸੀਂ ਇਸ ਤਰ੍ਹਾਂ ਜਿਉਣਾ ਹੈ, ਸਾਡੇ ਬੱਚਿਆਂ ਅੰਦਰ ਇਹ ਜੀਵਨ ਸਮੂਣਾ ਹੈ। ਜੇ ਪ੍ਰੈਕਟੀਕਲ ਨਾ ਜਿਉਇਆ ਗਿਆ, ਫਿਰ ਤਾਂ ਐਵੇਂ ਬਾਹਰਲਾ ਪਹਿਰਾਵਾ ਕਿਸੇ ਕੰਮ ਨਹੀਂ, ਧਰਮ ਦੇ ਕਰਮ ਕਿਸੇ ਕੰਮ ਨਹੀਂ। ਰਹਿਤ ਅਵਰ ਕਛ ਅਵਰ ਕਮਾਵਤ, ਆਪਣੇ ਆਪ ਨੂੰ ਧਾਰਮਿਕ ਰਹਿਤ ਵਿੱਚ ਤੇ ਪਾ ਲੈਣਾ, ਧਾਰਮਿਕ ਮਰਿਆਦਾ ਵਿੱਚ ਤੇ ਪਾ ਲੈਣਾ, ਪਰ ਜਿਉਣ ਦਾ ਤਰੀਕਾ ਕਿਸੇ ਨੂੰ ਸੁੱਖ ਦੇਣ ਦੀ ਬਜਾਏ ਦੁੱਖ ਦੇਣਾ, ਨਫ਼ਰਤ ਵਿੱਚ, ਧੜੇਬੰਦੀਆਂ ਵਿੱਚ, ਹੰਕਾਰ, ਲੋਭ, ਲਾਲਚ ਵਿੱਚ ਫਸਿਆ ਹੋਇਆ, ਫਿਰ ਨਹੀਂ। ਰਹਿਤ ਅਵਰ ਕਛ ਅਵਰ ਕਮਾਵਤ, ਜ਼ਿੰਦਗੀ ਕਿਸੇ ਹੋਰ ਤਰੀਕੇ ਨਾਲ ਕਮਾ ਰਿਹਾ, ਦਿਸ ਹੋਰ ਤਰੀਕੇ ਨਾਲ ਰਿਹਾ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਅੰਦਰ ਕੁਛ ਹੋਰ ਹੈ, ਮੁਖ ਤੋਂ ਕੁਛ ਹੋਰ ਕਹਿ ਰਿਹਾ। ਜਦੋਂ ਗੁਰਬਾਣੀ ਪੜ੍ਹਦੇ ਹਾਂ, ਸਾਡਾ ਮੁਖ ਕੀ ਕਹਿ ਰਿਹਾ? ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਜਦੋਂ ਅਸੀਂ ਜਿਉਂਦੇ ਹਾਂ, ਕਿਵੇਂ ਜਿਉਂ ਰਹੇ ਹਾਂ? ਨਿੰਦਾ ਸੁਣਦੇ ਹਾਂ, ਨਿੰਦਾ ਕਰਦੇ ਹਾਂ। ਨਹੀਂ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ। ਅੰਦਰ ਪ੍ਰੀਤ ਨਹੀਂ ਗੁਰੂ ਪਿਤਾ ਨਾਲ। ਜੇ ਅੰਦਰ ਵਾਹਿਗੁਰੂ ਜੀ ਦੇ ਨਾਲ ਪ੍ਰੀਤ ਨਹੀਂ, ਤੇ ਮੁਖ ਵਿੱਚੋਂ ਕਿਹਾ ਹੋਇਆ ਕੋਈ ਮਾਇਨੇ ਨਹੀਂ ਰੱਖਦਾ। ਆਖੋ ਵਾਹਿਗੁਰੂ। ਜਾਣਨ ਹਾਰ ਪ੍ਰਭੂ ਪਰਵੀਨ, ਵਾਹਿਗੁਰੂ ਸੱਚੇ ਪਾਤਸ਼ਾਹ ਅੰਤਰਜਾਮੀ ਨੇ, ਸਾਡੇ ਅੰਦਰ ਨੇ, ਸਭ ਕੁਝ ਜਾਣਦੇ ਨੇ। ਪਰਵੀਨ ਤੇ ਸੁਗੜ ਸੁਜਾਨ ਨੇ। ਬਾਹਰ ਭੇਖ ਨਾ ਕਾਹੂ ਭੀਨ, ਉਹ ਤੇਰਾ ਕੇਵਲ ਧਾਰਮਿਕ ਦਿਖਾਈ ਦੇਣਾ, ਧਾਰਮਿਕ ਦਿੱਖ, ਧਾਰਮਿਕ ਪਹਿਰਾਵਾ ਦੇਖ ਕੇ ਨਹੀਂ ਉਸਨੇ ਭੇਜਣਾ। ਵਾਹਿਗੁਰੂ ਜੀ ਨੇ ਸਾਡਾ ਸੁਭਾਅ ਦੇਖਣਾ ਹੈ, ਸਾਡੀ ਸੋਚ ਦੇਖਣੀ ਹੈ, ਸਾਡਾ ਜੀਵਨ ਦੇਖਣਾ ਹੈ। ਉਹਨੇ ਤਾਂ ਜੀਵਨ ਨੂੰ ਦੇਖ ਕੇ ਖੁਸ਼ ਹੋਣਾ ਹੈ। ਅਵਰ ਉਪਦੇਸ਼ ਆਪ ਨਾ ਕਰੈ, ਇਹਨੂੰ ਜ਼ਿੰਦਗੀ ਦੇ ਵਿੱਚ ਦੇਖਿਓ। ਅਸੀਂ ਬੱਚਿਆਂ ਨੂੰ ਕਹਿੰਦੇ ਹਾਂ, ਗੱਲ ਮੰਨੀ ਦੀ ਹੁੰਦੀ ਹੈ ਕਿ ਅਸੀਂ ਗੁਰੂ ਦੀ ਗੱਲ ਮੰਨਦੇ ਹਾਂ। ਬੱਚਿਆਂ ਨੂੰ ਕਹਿੰਦੇ ਹਾਂ, ਮਾਪਿਆਂ ਦੇ ਅੱਗੇ ਨਹੀਂ ਬੋਲੀਦਾ, ਕਿ ਅਸੀਂ ਗੁਰੂ ਸਾਹਿਬ ਦੀ ਹਰ ਗੱਲ ਨੂੰ ਐਕਸੈਪਟ ਕਰਦੇ ਹਾਂ। ਜੋਇਫੁਲੀ ਐਕਸੈਪਟ ਕਰਨਾ ਕਹਿਣ ਦੀਆਂ ਗੱਲਾਂ ਨਹੀਂ, ਆਪਣੇ ਆਪ ਵਿੱਚ ਜਿਉਣ ਦੀਆਂ ਗੱਲਾਂ ਨੇ।
ਦੂਜਿਆਂ ਨੂੰ ਕਹੋ ਆਪ ਨਾ ਕਰੋ। ਆਵਤ ਜਾਵਤ ਜਨ ਮੈਂ ਮਰੈ। ਫਿਰ ਇਹਦਾ ਮਨ ਜਿਹੜਾ ਭਟਕਣਾ 'ਚ ਰਹਿੰਦਾ ਹੈ। ਇਹਦੇ ਅੰਦਰ ਗੁਣ ਮਰਦੇ ਨੇ, ਔਗੁਣਾਂ ਦਾ ਜਨਮ ਹੁੰਦਾ ਹੈ। ਕਦੀ ਔਗੁਣ ਮਰਦੇ ਨੇ, ਗੁਣਾਂ ਦਾ ਜਨਮ ਹੁੰਦਾ ਹੈ। ਇਸ ਜਨਮ ਮਰਨ ਵਿੱਚ ਅੰਦਰ ਗੁਣਾਂ ਔਗੁਣਾਂ ਦੇ ਜੰਜਾਲ ਵਿੱਚ ਉਲਝਿਆ ਰਹਿੰਦਾ ਹੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਵਸਦੀ ਹੈ, ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਭੈ ਭਾਵਨੀ ਵਸਦੀ ਹੈ, ਜਿਹੜੇ ਆਪਣੇ ਆਪ ਨੂੰ ਗੁਰੂ ਦੇ ਚਾਕਰ, ਵਾਹਿਗੁਰੂ ਜੀ ਦੇ ਚਾਕਰ ਸਮਝ ਕੇ ਜ਼ਿੰਦਗੀ ਜਿਉਂਦੇ ਨੇ। ਇਸ ਕੀ ਸੀਖ ਤਰੈ ਸੰਸਾਰ, ਸੀਖ ਹੁੰਦਾ ਸਿੱਖਿਆ। ਉਹਨਾਂ ਦੇ ਜ਼ੁਬਾਨ ਵਿੱਚੋਂ ਨਿਕਲੇ ਹੋਏ ਬੋਲਾਂ ਤੋਂ ਦੁਨੀਆ ਸਿੱਖਦੀ ਹੈ ਤੇ ਉਹਨਾਂ ਦੀਆਂ ਸਿੱਖਿਆਵਾਂ ਨਾਲ ਪਤਾ ਨਹੀਂ ਕਿੰਨਿਆਂ ਕੁ ਦੇ ਘਰਾਂ ਵਿੱਚ ਏਕਤਾ ਪੈਦਾ ਹੋ ਜਾਂਦੀ ਹੈ। ਪਤਾ ਨਹੀਂ ਕਿੰਨਿਆਂ ਕੁ ਨੂੰ ਉਹਨਾਂ ਦੀਆਂ ਸਿੱਖਿਆਵਾਂ ਤੋਂ ਬੱਚੇ ਆਗਿਆਕਾਰੀ ਬਣ ਜਾਂਦੇ ਨੇ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ। ਇਹ ਵਾਹਿਗੁਰੂ ਜੀ, ਜਿਨ੍ਹਾਂ ਨੇ ਤੁਹਾਨੂੰ ਪਹਿਚਾਨ ਲਿਆ, ਤੁਹਾਨੂੰ ਸਮਝ ਲਿਆ, ਜਿਨ੍ਹਾਂ ਨੇ ਤੁਹਾਨੂੰ ਮਹਿਸੂਸ ਕੀਤਾ, ਉਹ ਤੁਹਾਨੂੰ ਭਾ ਜਾਂਦੇ ਨੇ। ਵਾਹਿਗੁਰੂ ਜੀ ਨੂੰ ਬਹੁਤ ਚੰਗੇ ਲੱਗਦੇ ਨੇ। ਨਾਨਕ ਉਨ ਜਨ ਚਰਨ ਪਰਾਤਾ। ਕਿੰਨੇ ਕੀਮਤੀ ਨੇ ਉਹ ਜੀਵਨ ਜਿਹੜੇ ਵਾਹਿਗੁਰੂ ਜੀ ਨੂੰ ਹਰ ਵੇਲੇ ਆਪਣੇ ਅੰਗ ਸੰਗ ਮਹਿਸੂਸ ਕਰਦੇ ਨੇ, ਜਿਹੜੇ ਵਾਹਿਗੁਰੂ ਪਿਤਾ ਜੀ ਦੇ, ਗੁਰੂ ਪਿਤਾ ਜੀ ਦੇ ਚਾਕਰ ਹੋ ਕੇ ਜਿਉਂਦੇ ਨੇ। ਸਤਿਗੁਰੂ ਜੀ ਕਹਿੰਦੇ ਉਨ ਜਨ ਚਰਨ ਪਰਾਤਾ। ਨਾਨਕ ਸ਼ਬਦ ਵਰਤ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਚਰਨੀ ਪੈਂਦਾ ਉਹਨਾਂ ਦੇ। ਜਾਣੀ ਉਹ ਜੀਵਨ ਬਹੁਤ ਕੀਮਤੀ ਨੇ। ਐਸੇ ਗੁਰਮੁਖ ਆਪਾਂ ਬਣਨਾ ਹੈ। ਸਾਡੇ ਪਰਿਵਾਰ ਦਾ ਹਰ ਮੈਂਬਰ ਐਸਾ ਗੁਰਮੁਖ ਬਣੇ, ਸਾਡੇ ਬੱਚੇ ਐਸੇ ਬਣ। ਬਹੁਤ ਕੀਮਤੀ ਜੀਵਨ ਹੈ। ਕਰਮ ਬੇਨਤੀ ਪਾਰ ਬ੍ਰਹਮ ਸਭ ਜਾਣੈ। ਵਾਹਿਗੁਰੂ ਸੱਚੇ ਪਾਤਸ਼ਾਹ ਅੰਤਰਜਾਮੀ ਨੇ, ਸਾਡੇ ਅੰਦਰ ਨੇ, ਹਰ ਥਾਂ ਤੇ ਨੇ, ਸਭ ਕੁਝ ਜਾਣਦੇ ਨੇ। ਉਹਨਾਂ ਅੱਗੇ ਮੈਂ ਬੇਨਤੀ ਕਰਦਾ, ਆਪਣਾ ਕੀਆ ਆਪੈ ਮਾਨੈ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜੋ ਪੈਦਾ ਕੀਤਾ ਹੈ, ਅਸੀਂ ਉਹਦੀ ਕਿਰਤ ਹਾਂ। ਉਹਨੇ ਸਾਨੂੰ ਪੈਦਾ ਕੀਤਾ ਹੈ। ਉਹ ਆਪ ਹੀ ਮਾਨ ਸਨਮਾਨ ਦਿੰਦੇ ਨੇ। ਜਿਹੜੇ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਦੇ ਨੇ, ਵਾਹਿਗੁਰੂ ਪਿਤਾ ਆਪ ਹੀ ਉਹਨਾਂ ਨੂੰ ਸਤਿਕਾਰ ਦਿਵਾ ਦਿੰਦੇ ਨੇ। ਆਪੈ ਆਪ ਕਰਤ ਨਵੇਰਾ। ਸਾਡੇ ਸੋਚ ਤੇ ਸੁਭਾਅ ਵਿੱਚ ਕਮਜ਼ੋਰੀਆਂ ਵੀ ਨੇ ਤੇ ਗੁਣ ਵੀ ਨੇ। ਬਹੁਤ ਕੁਝ ਚੰਗਾ ਹੈ, ਬਹੁਤ ਕੁਝ ਘਾਟਾ ਨੇ। ਫਿਰ ਉਹਦਾ ਨਿਯਮ ਬਣਾਇਆ, ਉਸ ਦੇ ਨਿਯਮ ਨੇ ਨਿਬੇੜਾ ਕਰ ਦੇਣਾ। ਜਿਹੜੇ ਬੋਲ ਸਾਡੇ ਮਿੱਠੇ ਨੇ, ਚੰਗੇ ਨੇ, ਅਟਰੈਕਟਿਵ ਨੇ, ਉਹਨੇ ਮਾਹੌਲ ਵਧੀਆ ਬਣਾ ਦੇਣਾ। ਜਿਹੜੇ ਬੋਲ ਕੌੜੇ ਨੇ, ਨਾ ਸੰਤੁਸ਼ਟੀ ਦੇ ਬੋਲ ਨੇ, ਉਹਨੇ ਖਿਲਾਰਾ ਪਾ ਦੇਣਾ। ਉਹਦੇ ਨਿਯਮ ਨੇ ਨਿਬੇੜਾ ਕਰ ਦੇਣਾ ਆਪੇ। ਇਹਨਾਂ ਘਾਟਾਂ ਨੂੰ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜਿਉਂ-ਜਿਉਂ ਮੰਨਾਂਗੇ, ਅੰਦਰੋਂ ਘਾਟਾਂ ਦੂਰ ਹੋ ਜਾਣੀਆਂ ਨੇ। ਇਸ ਲਈ ਕਿਸੈ ਦੂਰ ਜਨਾਵਤ, ਕਿਸੈ ਬੁਝਾਵਤ ਨੇਰਾ। ਅੰਦਰ ਸੋਚ ਤੇ ਸੁਭਾਅ, ਵਿਚਾਰਾਂ ਤੇ ਸੋਚਾਂ ਦਾ ਖੇਲ ਹੈ। ਉਹਦੇ ਚੋਂ ਨਿਕਲਦੀਆਂ ਨੇ ਚੰਗਿਆਈਆਂ ਤੇ ਬੁਰਿਆਈਆਂ। ਇੰਨੀਆਂ ਕਮਾਲ ਦੀਆਂ ਪੰਕਤੀਆਂ ਜਪਜੀ ਸਾਹਿਬ ਜੀ ਦੀਆਂ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਜਿੰਨੀਆਂ ਸੋਚ ਸੁਭਾਅ ਵਿੱਚ ਕਮਜ਼ੋਰੀਆਂ ਹੋਣਗੀਆਂ, ਉਹਦੇ ਨੈਟਵਰਕ ਨੇ ਉਨਾ ਹੀ ਇੱਦਾਂ ਮਹਿਸੂਸ ਕਰਾਉਣਾ ਰੱਬ ਬਹੁਤ ਦੂਰ ਹੈ। ਪਤਾ ਨਹੀਂ ਮੇਰੀ ਜ਼ਿੰਦਗੀ ਸੁੱਖ ਕਦੋਂ ਆਏਗਾ, ਪਤਾ ਨਹੀਂ ਮੈਂ ਕਦੋਂ ਜੰਗਾਂ ਜਿੱਤਾਂ, ਪਤਾ ਨਹੀਂ ਕਦੋਂ ਮੈਂ ਜ਼ਿੰਦਗੀ ਦੇ ਵਿੱਚ ਸੰਤੁਸ਼ਟ ਹੋਵਾਂ। ਪਰ ਜਿਉਂ-ਜਿਉਂ ਕਮਜ਼ੋਰੀਆਂ ਸੁਭਾਅ ਦੀਆਂ ਦੂਰ ਹੋ ਜਾਂਦੀਆਂ ਨੇ, ਜਿਉਂ ਤੋਂ ਨੇੜੇ ਦਿਸਦਾ ਸਭ ਕੁਛ। ਆਖੋ ਵਾਹਿਗੁਰੂ। ਇਸ ਲਈ ਕਿਸੇ ਦੇ ਨੁਕਸ ਦੇਖਣੇ ਬੰਦ ਕਰਨੇ ਪੈਣਗੇ। ਆਪਣੀਆਂ ਕਮਜ਼ੋਰੀਆਂ ਦੂਰ ਕਰਦੇ ਜਾਓ। ਬੋਲ ਕੇ ਨਹੀਂ, ਅੰਦਰਲੀ ਵੇਵ ਨਾਲ ਹੀ ਮਾਹੌਲ ਬਣੇਗਾ ਘਰ ਦਾ। ਇਸ ਲਈ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਸੋਚ ਸੁਭਾਅ ਦੇ ਗੁਣ ਔਗਣਾਂ ਨੂੰ ਦੇਖ ਕੇ ਕਿਸੇ ਦੇ ਲਈ ਨੈਟਵਰਕ ਵਰਤ ਜਾਂਦਾ ਹੈ, ਉਹਨੂੰ ਦੂਰ ਲੱਗਦਾ ਹੈ, ਦੂਰੀ ਪੈ ਜਾਂਦੀ ਹੈ। ਕਿਸੇ ਨੂੰ ਨੇੜੇ ਲੱਗਦਾ, ਬੁਝਾਰਤ ਨੇਰਾ। ਉਹ ਸਮਝਦਾ ਰੱਬ ਮੇਰੇ ਨਾਲ ਹੈ, ਮੇਰੇ ਸਾਰੇ ਕਾਰਜ ਵਾਹਿਗੁਰੂ ਜੀ ਨੇ ਕਰਨੇ ਨੇ, ਫਿਕਰ ਹੀ ਕਿਸ ਗੱਲ ਦਾ ਨਹੀਂ। ਉਹ ਪਾਪ ਸਿਆਣਪ ਸਗਲ ਤੇ ਰਹਿਤ। ਆ ਜਿਹੜੀਆਂ ਸਿਆਣਪਾਂ ਨੇ, ਚਤੁਰਾਈਆਂ ਨੇ, ਚੁਸਤ ਚਲਾਕੀਆਂ ਨੇ, ਇਹਦੇ ਤੋਂ ਦੂਰ ਹਟਣਾ ਪਵੇਗਾ। ਕਿਉਂਕਿ ਉਹ ਤਾਂ ਸਾਰਿਆਂ ਦੇ ਨਾਲ ਰਹਿੰਦੇ ਨੇ, ਅੰਗ ਸੰਗ ਰਹਿੰਦੇ ਨੇ। ਵਾਹਿਗੁਰੂ ਜੀ ਸਭ ਕੁਛ ਜਾਨਾ ਹੈ ਆਤਮ ਕੀ ਰਹਿਤ। ਇਸੇ ਤੋਂ ਤਾਂ ਬੰਦਾ ਆਪਣੀਆਂ ਕਮਜ਼ੋਰੀਆਂ ਛੁਪਾ ਲਏਗਾ, ਪਰ ਵਾਹਿਗੁਰੂ ਜੀ ਤੋਂ ਤਾਂ ਨਹੀਂ ਛੁਪਾਏਗਾ ਨਾ।
ਜੈਸ ਭਾਵੈ ਤਿਸ ਲਏ ਲੜ ਲਾਏ। ਇਸ ਲਈ ਜਿਹਦੇ ਅੰਦਰ ਗੁਣ ਹੁੰਦੇ ਨੇ, ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਲੜ ਲਾ ਲੈਂਦੇ ਨੇ। ਉਹਨਾਂ ਨੂੰ ਅੰਗ ਸੰਗ ਮਹਿਸੂਸ ਹੁੰਦਾ, ਵਿਸ਼ਵਾਸ ਮਿਲ ਜਾਂਦਾ ਹੈ, ਭਰੋਸਾ ਵੱਧ ਜਾਂਦਾ ਹੈ, ਅੰਦਰ ਇੱਕ ਤਰੰਗ ਪੈਦਾ ਹੁੰਦੀ ਹੈ, ਹੁਣ ਮੇਰਾ ਹਰ ਮਸਲਾ ਵਾਹਿਗੁਰੂ ਜੀ ਨੇ ਹੱਲ ਕਰ ਦੇਣਾ ਹੈ। ਅੰਦਰ ਆਨੰਦ ਰਸ, ਉਹ ਆਨੰਦ ਰਸ ਪਿਆਰੇ ਦੇ ਪ੍ਰੇਮ ਦਾ ਰਸ ਹੈ, ਪਿਆਰੇ ਦੀ ਗਲਵਕੜੀ ਤੇ ਪਿਆਰੇ ਦੀ ਚਰਨ ਕਮਲਾਂ ਦੀ ਮੌਜ ਦਾ ਰਸ ਹੈ। ਜਦੋਂ ਮਿਲਦਾ ਹੈ, ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹੈ। ਉਹ ਪਾਪ ਸਿਆਣ ਵਾਹਿਗੁਰੂ ਥਾਨ ਥਨੰਤਰ ਰਹਿਆ ਸਮਾਏ। ਵਾਹਿਗੁਰੂ ਜੀ ਤਾਂ ਥਾਨ ਥਨੰਤਰ ਦੇ ਅਰਥ ਹਰ ਥਾਂ ਤੇ ਹੈ। ਐਸੀ ਕੋਈ ਜਗ੍ਹਾ ਹੀ ਨਹੀਂ ਜਿੱਥੇ ਵਾਹਿਗੁਰੂ ਜੀ ਦੀ ਸ਼ਕਤੀ ਨਹੀਂ, ਐਸਾ ਕੁਛ ਵੀ ਨਹੀਂ ਜਿਹਦੇ 'ਚ ਵਾਹਿਗੁਰੂ ਜੀ ਦੇ ਗੁਣ ਨਹੀਂ। ਉਹ ਗੁਣ ਬਣ ਕੇ, ਬਖਸ਼ਿਸ਼ਾਂ ਬਣ ਕੇ, ਸ਼ਕਤੀ ਬਣ ਕੇ ਹਰ ਥਾਂ ਤੇ ਨੇ। ਸੋ ਸੇਵਕ ਜਿਸ ਕਿਰਪਾ ਕਰੀ, ਸੇਵਕ ਉਹ ਹੈ ਜਿਨ੍ਹਾਂ ਤੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ। ਉਹ ਗੁਰੂ ਦੇ ਚਾਕਰ ਬਣ ਕੇ ਦੂਸਰਿਆਂ ਲਈ ਜਿਉਂਦੇ ਨੇ, ਵਾਹਿਗੁਰੂ ਜੀ ਦੇ ਸੇਵਕ ਬਣ ਕੇ ਜਿਉਂਦੇ ਨੇ। ਨਿਮਖ ਨਿਮਖ ਜਪ ਨਾਨਕ ਹਰੀ। ਇਹ ਨਾਨਕ ਜੀ, ਨਿਮਖ ਨਿਮਖ ਕਰਕੇ ਜਪਿਆ ਕਰ, ਭਾਵ ਹਰ ਪਲ ਹਰ ਸਮੇਂ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਅੰਦਰ ਬਣਾ ਕੇ ਰੱਖਿਆ ਕਰ। ਪੰਜਵੀਂ ਅਸ਼ਟਪਦੀ ਹੈ, ਅੱਗੋਂ ਛੇਵੀਂ ਅਸ਼ਟਪਦੀ ਦੇ ਨਾਲ ਸ਼ਲੋਕ ਹੈ। ਸ਼ਲੋਕ ਕਾਮ ਕਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ। ਨਾਨਕ ਰੱਬ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਕੁਝ ਪਿਆਰੇ ਪ੍ਰਸ਼ਾਦਾ ਛਕਣ ਲੱਗਿਆਂ ਉਸ ਤੋਂ ਪਹਿਲਾਂ ਇਹ ਸ਼ਲੋਕ ਪੜ੍ਹਦੇ ਨੇ। ਸ਼ਾਇਦ ਉਹ ਸ਼ਲੋਕ ਇਸ ਲਈ ਪੜ੍ਹਦੇ ਨੇ, ਪ੍ਰਸਾਦ ਸ਼ਬਦ ਆਇਆ ਉਹਨੂੰ ਪ੍ਰਸ਼ਾਦ ਸਮਝ ਕੇ ਨਹੀਂ। ਪ੍ਰਸਾਦ ਦੇ ਅਰਥ ਕਿਰਪਾ ਹੈ, ਇਹਦਾ ਖਾਣੇ ਨਾਲ ਸੰਬੰਧਿਤ ਨਹੀਂ ਹੈ। ਹਾਂ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵੇ, ਗੰਤ ਭਰੇ ਭੰਡਾਰ। ਐਸੀਆਂ ਪੰਕਤੀਆਂ ਉਸ ਵੇਲੇ ਖਾਣੇ ਦਾ ਅਹਿਸਾਸ ਕਰਾਉਂਦੀਆਂ ਨੇ। ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰੱਖ ਮਨ ਮਾਹੇ। ਇਹ ਪੰਕਤੀ ਖਾਣ ਪੀਣ ਨਾਲ ਸੰਬੰਧਿਤ ਨਹੀਂ ਹੈ। ਕਿ ਜਦੋਂ ਵਾਹਿਗੁਰੂ ਜੀ ਦੀ ਮਨ ਸ਼ਰਨ ਪੈ ਜਾਂਦਾ ਹੈ, ਨਾਨਕ ਪ੍ਰਭ ਸ਼ਰਨਾਗਤੀ, ਵਾਹਿਗੁਰੂ ਜੀ ਨੂੰ ਸਰੈਂਡਰ ਹੋ ਜਾਣਾ, ਰੱਬੀ ਉਪਦੇਸ਼ਾਂ ਨੂੰ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਣਾ, ਸ਼ਰਨ ਪੈਣਾ ਹੁੰਦਾ ਹੈ। ਜਦੋਂ ਰੱਬ ਦੇ ਨਿਯਮ ਨੂੰ ਫੋਲੋ ਕਰਨਾ, ਉਹਦੀ ਮਿੱਠੀ ਮਿੱਠੀ ਯਾਦ, ਉਹਦੀ ਭੈ ਭਾਵਨੀ ਵਿੱਚ ਰਹਿਣਾ। ਕਿਰਪਾ ਕਰਦੇ ਨੇ ਵਾਹਿਗੁਰੂ ਜੀ, ਕਰ ਪ੍ਰਸਾਦ ਗੁਰਦੇਵ। ਕਰਦੇ ਕਿਵੇਂ ਨੇ? ਗੁਰਦੇਵ, ਗੁਰੂ ਸਾਹਿਬ ਜੀ ਦੀ ਬਾਣੀ ਦਾ ਜੋ ਗੁਰ ਸਰੂਪ ਹੈ, ਉਹਦੀਆਂ ਸਿੱਖਿਆਵਾਂ ਦਾ ਜੋ ਪ੍ਰਭਾਵ, ਪ੍ਰਕਾਸ਼, ਪ੍ਰਤਾਪ ਹੈ, ਉਹ ਸੋਝੀ ਮਿਲਦੀ ਹੈ। ਸੋਝੀ ਦੇ ਨਾਲ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ। ਫਿਰ ਵਿਕਾਰਾਂ ਵਾਲਾ ਮਾਰਗ ਚੰਗਾ ਨਹੀਂ ਲੱਗਦਾ, ਫਿਰ ਸੋਚ ਪਰਉਪਕਾਰੀ ਬਣ ਜਾਂਦੀ ਹੈ। ਇਹ ਵਾਹਿਗੁਰੂ ਜੀ ਦੀ ਕਿਰਪਾ ਦੀ ਨਿਸ਼ਾਨੀ ਹੈ। ਫਿਰ ਪਤਾ ਕਿੱਦਾਂ ਮਹਿਸੂਸ ਹੁੰਦਾ? ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ। ਫਿਰ ਹਰ ਵੇਲੇ ਮਹਿਸੂਸ ਹੁੰਦਾ ਹੈ ਜਿਹਦੀ ਕਿਰਪਾ ਦੇ ਨਾਲ ਅਣਕ ਪ੍ਰਕਾਰ ਦੇ ਸਵਾਦਲੇ ਭੋਜਨ ਖਾ ਰਹੇ ਹਾਂ। 36 ਪ੍ਰਕਾਰ ਦੇ ਅੰਮ੍ਰਿਤ ਭੋਜਨ, ਭਾਵ ਸਵਾਦਲੇ, ਰਸ ਵਾਲੇ, ਅਣਗਿਣਤ ਕਿਸਮ ਦੇ ਅਸੀਂ ਸਵਾਦ ਰਸ ਮਾਣ ਰਹੇ ਹਾਂ। ਤਿਸ ਠਾਕੁਰ ਕੋ ਰੱਖ ਮਨ ਮਾਹੇ। ਉਸ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਹਰ ਵੇਲੇ ਮਨ ਵਿੱਚ ਬਣਾ ਕੇ ਰੱਖਿਆ ਕਰ। ਇਹ ਸਾਰੀ ਅਸ਼ਟਪਦੀ ਸ਼ੁਕਰਾਨਾ ਅੰਦਰ ਪੈਦਾ ਕਰਦੀ ਹੈ। ਘਰ ਵਿੱਚ ਜੋ ਕੁਝ ਵੀ ਹੈ, ਸਭ ਕੁਝ ਨੂੰ ਦੇਖ ਕੇ ਵਾਹਿਗੁਰੂ ਜੀ ਚੇਤੇ ਆਉਂਦੇ ਨੇ। ਜਿਹੇ ਪ੍ਰਸਾਦ ਸੁਗੰਧਤ ਤਨ ਲਾਭ ਹੈ। ਜਦੋਂ ਅਸੀਂ ਪਰਫਿਊਮ, ਬੋਡੀ ਸਪਰੇ ਵਗੈਰਾ ਵਰਤਦੇ ਹਾਂ, ਸੁਗੰਧੀਆਂ ਲਾਉਂਦੇ ਹਾਂ, ਯਾਦ ਰੱਖਿਆ ਕਰ, ਸ਼ੁਕਰਾਨਾ ਕਰਿਆ ਕਰ। ਤਿਸ ਸਿਮਰਤ ਕਉ, ਤਿਸ ਕਉ ਸਿਮਰਤ ਪਰਮਗਤ ਪਾਵੈ। ਉਸ ਵਾਹਿਗੁਰੂ ਜੀ ਦੀ ਜੇ ਮਿੱਠੀ ਮਿੱਠੀ ਯਾਦ ਅੰਦਰ ਬਣੇਗੀ ਨਾ, ਤੇਰਾ ਸੁਭਾਅ ਬਹੁਤ ਸੋਹਣਾ ਬਣ ਜਾਏਗਾ। ਪਰਮਗਤ, ਉੱਚੇ ਸੁਭਾਅ ਵਾਲੀ ਅਵਸਥਾ। ਤੇਰੀ ਸੋਚ ਕਮਾਲ ਦੀ ਹੋਏਗੀ, ਦੂਰਦ੍ਰਿਸ਼ਟਤਾ ਵਾਲੀ ਸੋਚ ਹੋਏਗੀ, ਪਰਉਪਕਾਰੀ ਸੋਚ ਹੋਏਗੀ। ਦੂਸਰਿਆਂ ਲਈ ਕੁਝ ਕਰਨਾ, ਕੌਮ ਦੇ ਲਈ ਕੁਝ ਕਰਨਾ, ਅੰਦਰ ਜਜ਼ਬਾ ਭਰ ਜਾਏਗਾ, ਮੈਂ ਗੁਰੂ ਦੇ ਮਿਸ਼ਨ ਤੇ ਤੁਰਾਂ। ਅੰਦਰੋਂ ਅਰਦਾਸ ਨਿਕਲੇਗੀ, ਹੇ ਵਾਹਿਗੁਰੂ ਜੀ, ਮੈਨੂੰ ਗੁਰੂ ਪਿਤਾ ਦੇ ਦਿੱਤੇ ਹੋਏ ਕੌਮ ਦੀ ਚੜ੍ਹਦੀ ਕਲਾ ਦੇ ਮਿਸ਼ਨ ਤੇ ਤੁਰਨ ਦਾ ਬਲ ਬਖਸ਼ੋ ਜੀ। ਅੰਦਰ ਤਰੰਗਾਂ ਬਣ ਗਈਆਂ, ਗੁਰੂ ਦੇ ਮਿਸ਼ਨ ਤੇ ਤੁਰੀਏ, ਕੌਮ ਦੀ ਚੜ੍ਹਦੀ ਕਲਾ ਲਈ ਕੁਝ ਕਰੀਏ। ਆਹਾ, ਸ਼ੁਕਰਾਨਾ ਜਾਗੇਗਾ। ਜਿਹਦੀ ਕਿਰਪਾ ਦੇ ਨਾਲ ਸੁਗੰਧੀਆਂ ਵਰਤ ਰਹੇ ਹਾਂ, ਸਵਾਦਲੇ ਭੋਜਨ ਛਕ ਰਹੇ ਹਾਂ, ਉਹਦੀ ਮਿੱਠੀ ਮਿੱਠੀ ਯਾਦ ਦੇ ਨਾਲ ਸੋਚ ਸੁਭਾਅ ਦੀ ਅਵਸਥਾ ਉੱਚੀ ਹੋ ਜਾਏਗੀ। ਜਿਹ ਪ੍ਰਸਾਦ ਬਸਹਿ ਸੁਖ ਮੰਦਰ,
ਜਿਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਸੋਹਣੇ ਮਕਾਨ ਵਿੱਚ ਰਹਿ ਰਹੇ ਹਾਂ। ਤੇ ਸਹਿ ਧਿਆਏ ਸਦਾ ਮਨ ਅੰਦਰ, ਮਨ ਵਿੱਚ ਉਸ ਦੀ ਯਾਦ, ਉਹਦੇ ਵਿਚਾਰ, ਉਹਦੀਆਂ ਸਿੱਖਿਆਵਾਂ ਹਰ ਵੇਲੇ ਚੱਲਣੀਆਂ ਚਾਹੀਦੀਆਂ ਨੇ। ਸ਼ੁਕਰ ਵਾਹਿਗੁਰੂ ਜੀ, ਸ਼ੁਕਰ ਵਾਹਿਗੁਰੂ ਜੀ, ਸ਼ੁਕਰ ਵਾਹਿਗੁਰੂ ਜੀ। ਐ ਗੁਰਸਿੱਖੋ, ਛੱਡ ਦਿਓ ਨਾ ਸੰਤੁਸ਼ਟੀ ਵਾਲੇ ਪੱਖ ਨੂੰ ਬਾਰ-ਬਾਰ ਯਾਦ ਕਰਨਾ। ਮੈਨੂੰ ਆਹ ਕਿਉਂ ਨਹੀਂ ਮਿਲਿਆ, ਆਹ ਕਿਉਂ ਨਹੀਂ ਮਿਲਿਆ, ਜਿਹੜਾ ਮਿਲਿਆ ਉਹ ਇਸ ਤਰ੍ਹਾਂ ਦਾ ਕਿਉਂ ਹੈ, ਇਸ ਤਰ੍ਹਾਂ ਦਾ ਕਿਉਂ ਹੈ। ਇਹਦੇ 'ਚ ਡਿਸਸੈਟਿਸਫੈਕਸ਼ਨ ਪੈਦਾ ਹੁੰਦੀ ਹੈ, ਮਨ ਖਿੱਚਦਾ ਰਹਿੰਦਾ ਹੈ। ਛੱਡ ਦਿਓ, ਛੱਡ ਦਿਓ। ਯਾਦ ਕਰੋ ਉਸਨੇ ਕੀ ਨਹੀਂ ਦਿੱਤਾ। ਆਖੋ ਵਾਹਿਗੁਰੂ, ਸਭ ਕੁਛ ਦੇ ਦਿੱਤਾ। ਸੱਚ ਇਹ ਹੈ, ਪਿਆਰਾ ਆਪ ਮਿਲ ਗਿਆ, ਪਿਆਰੇ ਦੀ ਯਾਦ ਮਿਲ ਗਈ, ਪਿਆਰੇ ਦੀ ਗਲਵਕੜੀ ਮਿਲ ਗਈ, ਪਿੱਛੇ ਕੀ ਰਹਿ ਗਿਆ। ਪਿਆਰੇ ਦੇ ਚਰਨ ਕਮਲਾਂ ਦੀ ਮੌਜ ਮਿਲ ਗਈ। ਜੋ ਤੈਨੂੰ ਆਨੰਦ ਦੇਣ ਵਾਲਾ, ਰਸ ਦੇਣ ਵਾਲਾ ਮਿਲਿਆ, ਉਸ ਨੂੰ ਯਾਦ ਕਰ, ਸ਼ੁਕਰਾਨਾ ਪੈਦਾ ਕਰ। ਜਿਹੜਾ ਪੱਖ ਤੈਨੂੰ ਨਾ ਸੰਤੁਸ਼ਟੀ ਪੈਦਾ ਕਰਦਾ, ਕਿਉਂ ਬਾਰ-ਬਾਰ ਉਸ ਨੂੰ ਯਾਦ ਕਰਕੇ ਝੁਰਨਾ। ਉਹਨੂੰ ਜ਼ੁਬਾਨ ਤੇ ਲਿਆਉਣਾ ਬੰਦ ਕਰ ਦਿਓ, ਸੋਚਣਾ ਬੰਦ ਕਰ ਦਿਓ। ਜਿਸ ਵਾਹਿਗੁਰੂ ਜੀ ਨੇ ਇਹ ਸੋਹਣਾ ਮਕਾਨ ਦਿੱਤਾ ਹੈ, ਉਹਦੀ ਯਾਦ ਮਨ ਵਿੱਚ ਵਸਾ। ਤਿਸ ਕਉ ਸਿਮਰ ਵਾਹਿਗੁਰੂ, ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ। ਜਿੱਥੇ ਸੋਹਣਾ ਘਰ ਦਿੱਤਾ ਹੈ, ਉੱਥੇ ਘਰ ਵਿੱਚ ਸੁੱਖ ਸਹੂਲਤਾਂ ਦਿੱਤੀਆਂ ਨੇ। ਉਹਨਾਂ ਸੁੱਖ ਸਹੂਲਤਾਂ ਵਿੱਚ ਵਸ ਰਹੇ ਹਾਂ, ਸੁੱਖ ਮੰਨ ਰਹੇ ਹਾਂ। ਆਠ ਪਹਿਰ ਸਿਮਰਹੁ ਤਿਸ ਰਸਨਾ, ਜ਼ੁਬਾਨ ਦੇ ਰਾਹੀਂ ਅਠੇ ਪਹਿਰ ਉਹਦੀਆਂ ਵਿਚਾਰਾਂ ਕਰੋ ਔਰ ਸੁਰਤ ਦੇ ਨਾਲ ਰਸ ਮਾਣੋ। ਰਸਨਾ ਸੁਰਤ ਹੁੰਦੀ ਹੈ। ਅਠੇ ਪਹਿਰ ਵਾਹਿਗੁਰੂ ਦੇ ਮਾਰਗ ਦੀਆਂ ਵਿਚਾਰਾਂ ਕਰੋ, ਗੁਰੂ ਦੇ ਮਾਰਗ ਦੀਆਂ ਵਿਚਾਰਾਂ ਕਰੋ। ਘਰ ਧਰਮਸ਼ਾਲਾ ਬਣ ਜਾਏਗਾ। ਜਿਨ੍ਹਾਂ ਘਰਾਂ ਵਿੱਚ ਮਾਂ ਬੱਚੇ ਵਾਸਤੇ ਖਿਆਲ ਕਰਦੀ ਹੈ, ਬੱਚੇ ਨੂੰ ਗੁਰਬਾਣੀ ਨਾਲ ਜੋੜਦੀ ਹੈ, ਉਹਨਾਂ ਨੂੰ ਸਿੱਖੀ ਵਿਰਸੇ ਪ੍ਰਤੀ ਸੁਚੇਤ ਕਰਦੀ ਹੈ, ਬਾਪ ਦਾ ਫਰਜ਼ ਬਣਦਾ ਉਸ ਗੱਲ ਦੀ ਕਦਰ ਕਰੇ ਕਿ ਮੈਂ ਭਾਗਾਂ ਵਾਲਾ ਹਾਂ। ਮੇਰੀ ਪਤਨੀ ਬੱਚਿਆਂ ਨੂੰ ਸੰਸਕਾਰ ਦੇਣ ਦੀ ਇੱਕ ਤੜਫ ਰੱਖਦੀ ਹੈ, ਉਹਦੀਆਂ ਭਾਵਨਾਵਾਂ ਦੀ ਕਦਰ ਕਰੇ। ਖਿੜੇ ਮੱਥੇ ਇੱਕ ਦੂਸਰੇ ਨੂੰ ਮਿਲੋ, ਖਿੜੇ ਮੱਥੇ ਇੱਕ ਦੂਸਰੇ ਦੀ ਗੱਲ ਮੰਨੋ, ਵੱਡੇ ਜ਼ਿਗਰੇ ਨਾਲ ਖਿੜੇ ਮੱਥੇ ਇੱਕ ਦੂਸਰੇ ਦੀ ਗੱਲ ਨੂੰ ਸੁਣੋ, ਉਸ ਨੂੰ ਜ਼ਰੋ ਸਮਝੋ। ਕਮਾਲ ਹੀ ਕਮਾਲ ਹੋ ਜਾਣੀ। ਸ਼ੁਕਰਾਨੇ ਵਿੱਚ ਜਿਉਣਾ ਸਿਖਾ ਰਹੀ ਹੈ ਇਹ ਅਸ਼ਟਪਦੀ ਸਾਰੀ। ਜਿਹੇ ਪ੍ਰਸਾਦ ਰੰਗ ਰਸ ਭੋਗ, ਜਿਹਦੀ ਕਿਰਪਾ ਦੇ ਨਾਲ ਰੰਗ ਤਮਾਸ਼ੇ, ਆਨੰਦ ਰਸ ਮਾਣ ਰਹੇ ਹਾਂ, ਖੁਸ਼ੀਆਂ ਮਾਣ ਰਹੇ ਹਾਂ। ਨਾਨਕ ਸਦਾ ਧਿਆਈਐ ਧਿਆਵਨ ਜੋਗ, ਆਪਣੇ ਪਿਆਰੇ ਵਾਹਿਗੁਰੂ ਜੀ ਵੱਲ ਧਿਆਨ ਰੱਖਿਆ ਕਰੀਏ, ਉਸ ਨੂੰ ਧਿਆਇਆ ਕਰੀਏ, ਹਰ ਵੇਲੇ ਧਿਆਨ ਰੱਖਿਆ ਕਰੀਏ ਉਹਨੇ ਕੀ ਨਹੀਂ ਦਿੱਤਾ। ਸ਼ੁਕਰਾਨਾ ਜਾਗੇਗਾ, ਉਹਨੇ ਸਭ ਕੁਝ ਦੇ ਦਿੱਤਾ। ਅੱਖਾਂ ਬੰਦ ਕਰਕੇ ਉਸ ਚੀਜ਼ ਵੱਲ ਧਿਆਨ ਕਰੋ ਜਿਹੜੀ ਬਹੁਤ ਪਿਆਰੀ ਲੱਗਦੀ ਹੈ, ਜਿਹਦੀ ਯਾਦ ਹਰ ਵੇਲੇ ਬਣਦੀ ਹੈ। ਪੁੱਤਰਾਂ ਦੀ ਯਾਦ, ਧੀਆਂ ਦੀ ਯਾਦ, ਗੁਰੂ ਦੀ ਯਾਦ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ। ਤਾਂ ਜਿਸ ਨੇ ਸਭ ਕੁਝ ਦਿੱਤਾ ਹੈ ਉਹ ਧਿਆਨਯੋਗ ਹੈ, ਸੋ ਕਿਉਂ ਬਿਸਰੈ ਜਿਨ ਸਭ ਕੁਝ ਦਿਆ। ਜਿਹੇ ਪ੍ਰਸਾਦ ਪਾਟ ਪਟੰਬਰ ਹੰਢਾਵੈ, ਪਾਟ ਹੁੰਦਾ ਕੱਪੜੇ, ਪਾਟ ਪਟੰਬਰ ਰੇਸ਼ਮੀ ਕੱਪੜੇ। ਅੱਜ ਦੇ ਜ਼ਮਾਨੇ 'ਚ ਕਹਿ ਸਕਦੇ ਬ੍ਰਾਂਡਡ ਕੱਪੜੇ, ਵਧੀਆ ਕੀਮਤੀ ਸੋਹਣੇ ਕੱਪੜੇ ਪਾ ਰਹੇ ਹਾਂ ਜਿਹਦੀ ਕਿਰਪਾ ਨਾਲ। ਤੇ ਸਹਿ ਤਿਆਗ ਕਤ ਅਵਰ ਲਭਾਵ ਹੈ, ਜਿਹਦੀ ਕਿਰਪਾ ਦੇ ਨਾਲ ਇੰਨੇ ਸੋਹਣੇ ਸੋਹਣੇ ਕੱਪੜੇ ਪਹਿਨਦਾ ਹੈ, ਉਹਨੂੰ ਛੱਡ ਕੇ ਹੋਰ ਪਾਸੇ ਮਨ ਕੇ ਲੁਭਾਇਮਾਨ ਹੁੰਦਾ। ਸ਼ੁਕਰਾਨੇ ਵਿੱਚ ਕਿਉਂ ਨਹੀਂ ਜਿਉਂਦਾ? ਜਿਹਨੇ ਇੰਨਾ ਕੁਛ ਦਿੱਤਾ ਉਹਦੇ ਸ਼ੁਕਰਾਨੇ ਜਿਉਣ ਦੀ ਬਜਾਏ ਫਿਰ ਬਾਰ-ਬਾਰ ਉਹਨਾਂ ਚੀਜ਼ਾਂ ਵੱਲ ਧਿਆਨ ਜਿਹੜੀਆਂ ਮਨ ਨੂੰ ਸਤਾਉਂਦੀਆਂ ਨੇ। ਸ਼ੁਕਰਾਨੇ 'ਚ ਜਿਉਣਾ ਸਿੱਖ। ਇਹ ਅਸ਼ਟਪਦੀ ਕਮਾਲ ਦੀ ਹੈ। ਜੋਗੀ ਕਹਿੰਦੇ ਸੀ ਅੱਖਾਂ ਬੰਦ ਕਰਨੀਆਂ ਪੈਣਗੀਆਂ, ਫਿਰ ਰੱਬ ਚੇਤੇ ਆਏਗਾ। ਅੱਖਾਂ ਖੋਲਾਂਗੇ ਤਾਂ ਜੋ ਕੁਝ ਦੇਖ ਰਹੇ ਆ ਇਹਦੇ ਨਾਲ ਧਿਆਨ ਖਿੰਡੇਗਾ। ਗੁਰੂ ਸਾਹਿਬ ਕਹਿੰਦੇ ਤੂੰ ਜਿੱਧਰ ਮਰਜੀ ਨਿਗਾਹ ਮਾਰ ਪਿਆਰਿਆ, ਸਭ ਕੁਝ ਵਾਹਿਗੁਰੂ ਦਾ ਦਿੱਤਾ, ਤੇਰਾ ਧਿਆਨ ਹਰ ਵੇਲੇ ਚੱਲੇਗਾ। ਭਗਤਾਂ ਨੇ ਤਾਂ ਇਹ ਗੱਲ ਕਹਿ ਦਿੱਤੀ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਦੁਨੀਆ ਵਿੱਚ ਵਿਚਰਦਿਆਂ ਪਿਆਰੇ ਦੀ ਯਾਦ ਵਿੱਚ ਵਿਚਰਨਾ ਕਮਾਲ ਹੈ, ਆਨੰਦ ਹੈ। ਜਿਹੇ ਪ੍ਰਸਾਦ ਸੁਖ ਸੇਜ ਸੋਈ ਜੈ, ਜਿਹਦੀ ਕਿਰਪਾ ਦੇ ਨਾਲ ਇੰਨੇ ਸੋਹਣੇ ਬੈੱਡ ਦਿੱਤੇ ਨੇ, ਆਨੰਦ ਨਾਲ ਸੋਇਆ ਜਾਂਦਾ ਹੈ। ਉਹਦੇ ਸ਼ੁਕਰਾਨੇ ਵਿੱਚ ਜਿਉਂ ਤੈਨੂੰ ਨੀਂਦ ਚੰਗੀ ਆਉਣ ਲੱਗ ਜਾਏਗੀ। ਆਖੋ ਵਾਹਿਗੁਰੂ। ਚਿੰਤਾਵਾਂ ਵਿੱਚ ਜਿਹੜੀਆਂ ਚੀਜ਼ਾਂ ਨਾ ਸੰਤੁਸ਼ਟ
ਨਾ ਸੰਤੁਸ਼ਟੀ ਪੈਦਾ ਕਰ ਰਹੀਆਂ, ਮਨ ਨੂੰ ਇਰੀਟੇਟ ਕਰ ਰਹੀਆਂ ਨੇ, ਉਧਰ ਬਾਰ-ਬਾਰ ਧਿਆਨ ਕਰੇਗਾ, ਨੀਂਦਾਂ ਖਰਾਬ ਕਰ ਲਏਗਾ। ਸ਼ੁਕਰਾਨੇ ਜਿਉਣਾ ਸਿਖਾਇਆ, ਜਿਹਦੀ ਕਿਰਪਾ ਦੇ ਨਾਲ ਸੋਹਣਾ ਬੈੱਡ ਮਿਲਿਆ ਹੋਇਆ, ਚੰਗੀ ਸੇਜ ਮਿਲੀ ਹੈ, ਸੌਂਦੇ ਹਾਂ ਮਨ 8 ਪਹਿਰ ਤਾਂ ਕਾ ਜਸ ਗਾਵੀ ਜੈ। ਹਰ ਵੇਲੇ ਵਾਹਿਗੁਰੂ ਜੀ ਦੀ ਵਡਿਆਈ ਕਰਿਆ ਕਰ, ਉਹਨਾਂ ਗੱਲਾਂ ਨੂੰ ਯਾਦ ਰੱਖਿਆ ਕਰ ਜਿਹੜੀਆਂ ਉਸਨੇ ਮੈਨੂੰ ਬਹੁਤ ਦਿੱਤੀਆਂ ਨੇ। ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਬਿਰਲਿਆਂ ਕੋਲੇ ਹੁੰਦੀਆਂ ਨੇ। ਜਦੋਂ ਉਹ ਬਿਰਲਿਆਂ ਕੋਲੇ ਮਿਲਣ ਵਾਲੀਆਂ ਦਾਤਾਂ ਸਾਨੂੰ ਮਿਲ ਜਾਂਦੀਆਂ, ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ। 8 ਪਹਿਰੇ ਸ਼ੁਕਰਾਨੇ ਇਸ ਅਹਿਸਾਸ ਵਿੱਚ ਜਿਉਇਆ ਕਰ, ਵਾਹਿਗੁਰੂ ਜੀ ਨੇ ਮੈਨੂੰ ਭਾਗਾਂ ਵਾਲਾ ਬਣਾ ਦਿੱਤਾ। ਵਾਹਿਗੁਰੂ ਜੀ ਨੇ ਮੇਰਾ ਹਿਰਦਾ ਆਨੰਦ ਰਸ ਵਿੱਚ ਭਰ ਦਿੱਤਾ। ਵਾਹਿਗੁਰੂ ਜੀ ਨੇ ਹਿਰਦਾ ਮੇਰਾ ਪ੍ਰੇਮ ਰਸ ਵਿੱਚ ਭਰ ਦਿੱਤਾ। ਸ਼ੁਕਰ ਵਾਹਿਗੁਰੂ ਦਾ, ਸ਼ੁਕਰ ਵਾਹਿਗੁਰੂ ਦਾ। ਸ਼ੁਕਰਾਨੇ ਵਿੱਚ ਇਦਾਂ ਲੱਗਦਾ ਜਿਵੇਂ ਜ਼ਿੰਦਗੀ ਉੱਡੀ ਫਿਰਦੀ ਹੈ। ਦੁੱਖ ਨਹੀਂ ਕਦੀ ਜ਼ਿੰਦਗੀ 'ਚੋਂ ਹਟਦੇ ਹੁੰਦੇ, ਮੁਸ਼ਕਿਲਾਂ ਨਹੀਂ ਹਟਦੀਆਂ ਹੁੰਦੀਆਂ, ਰੁਕਾਵਟਾਂ ਨਹੀਂ ਹਟਦੀਆਂ ਹੁੰਦੀਆਂ, ਤਾਂ ਇਦਾਂ ਹੀ ਚੱਲੇਗਾ ਤਾਂ ਲਹਿਰਾਂ ਨੇ। ਭਵਜਲ ਹੈ, ਸੰਸਾਰ ਸਮੁੰਦਰ ਹੈ। ਸ਼ੁਕਰਾਨੇ ਵਿੱਚ ਮਨ ਹੀ ਉੱਡਿਆ ਫਿਰਦਾ, ਕਮਾਲ ਹੈ। ਪ੍ਰੇਮ ਰਸ ਵਿੱਚ, ਪਿਆਰੇ ਦੀ ਗਲਵਕੜੀ ਵਿੱਚ, ਆਨੰਦ ਵਿੱਚ। ਫਿਰ ਉਹ ਨਿੱਕੀਆਂ ਨਿੱਕੀਆਂ ਗੱਲਾਂ ਜਿਹਦੇ 'ਚੋਂ ਖਿੱਚ ਪੈਦਾ ਹੁੰਦੀ ਸੀ, ਜਿਹਦੇ 'ਚ ਐਵੇਂ ਨਾ ਸੰਤੁਸ਼ਟੀ, ਝੋਰੇ ਪੈਦਾ ਹੁੰਦੇ ਸੀ, ਉਹ ਗੱਲਾਂ ਤੋਂ ਮਨ ਬਹੁਤ ਉੱਪਰ ਉੱਠ ਖੜਦਾ। ਆਖੋ ਵਾਹਿਗੁਰੂ। ਜਿਹੇ ਪ੍ਰਸਾਦ ਤੁਝ ਸਭ ਕੋ ਮਨ ਹੈ। ਆਹਾ, ਜਿਹਦੀ ਕਿਰਪਾ ਦੇ ਨਾਲ ਲੋਕ ਤੇਰਾ ਸਤਿਕਾਰ ਕਰਦੇ ਨੇ, ਮਨ ਹੈ, ਮਾਨ ਸਨਮਾਨ ਦਿੰਦੇ ਨੇ। ਮੁਖ ਤਾਂ ਕਹਿ ਜਸ ਰਸਨ ਬਖਾਨਾ ਹੈ। ਆਪਣੇ ਮੁਖ ਤੋਂ ਸੁਰਤ ਵਿੱਚ ਭਿੱਜ ਕੇ ਉਸ ਪਿਆਰੇ ਦੀਆਂ ਗੱਲਾਂ ਲੋਕਾਂ ਨੂੰ ਵਿਖਿਆਨ ਕਰਿਆ ਕਰ, ਲੋਕਾਂ ਨੂੰ ਦੱਸਿਆ ਕਰ। ਜਦੋਂ ਕੋਈ ਸੰਤੁਸ਼ਟ ਹੋ ਕੇ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਦੱਸਦਾ, ਵਾਹਿਗੁਰੂ ਜੀ ਨੇ ਆ ਵੀ ਦਿੱਤਾ ਹੈ, ਆ ਵੀ ਦਿੱਤਾ ਹੈ, ਪਿਆਰਿਓ ਇੱਦਾਂ ਜਿਉਂਗੇ ਘਰ ਵਿੱਚ ਏਕਤਾ ਆਏਗੀ, ਇੱਦਾਂ ਜਿਉਂਗੇ ਬੱਚੇ ਆਗਿਆਕਾਰੀ ਹੋਣਗੇ, ਸਮਝ ਲਿਓ ਉਹ ਵਾਹਿਗੁਰੂ ਜੀ ਦੇ ਜਸ ਨੂੰ ਵਿਖਿਆਨ ਕਰਦਾ। ਆਖੋ ਜਿਹੇ ਪ੍ਰਸਾਦ ਤੇਰੋ ਰਹਿਤਾ ਧਰਮ, ਜਿਹਦੀ ਕਿਰਪਾ ਦੇ ਨਾਲ ਜਿੰਨਾ ਜਿੰਨਾ ਧਰਮ ਨਿਭ ਰਿਹਾ, ਜਿੰਨੀ ਜਿੰਨੀ ਮਰਿਆਦਾ ਨਿਭ ਰਹੀ ਹੈ, ਜਿੰਨਾ ਜਿੰਨਾ ਗੁਰੂ ਦੇ ਮਿਸ਼ਨ ਤੇ ਤੁਰ ਰਹੇ ਹਾਂ, ਮਨ ਸਦਾ ਧਿਆਏ ਕੇਵਲ ਪਰ ਬ੍ਰਹਮ। ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਦੇ ਮਿਸ਼ਨ ਤੇ ਤੁਰਦੇ ਹਾਂ, ਉਹਦੇ ਵੱਲ ਧਿਆਨ ਰੱਖਿਆ ਕਰੀਏ, ਉਹਦੀ ਮਿੱਠੀ ਮਿੱਠੀ ਯਾਦ ਅੰਦਰ ਹੋਵੇ, ਉਹਦੀ ਭੈ ਭਾਵਨੀ ਵਿੱਚ ਜਿਉਇਆ ਕਰੀਏ, ਵਾਹਿਗੁਰੂ ਦੇ ਬਣ ਕੇ ਜਿਉਈਏ। ਪ੍ਰਭ ਜੀ ਜਪਤ ਦਰਗਾਹ ਮਾਨ ਪਾਵਹਿ। ਜਦੋਂ ਵਾਹਿਗੁਰੂ ਜੀ ਨੂੰ ਜਪਦੇ ਹਾਂ, ਭਾਵ ਰੱਬੀ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਮੰਨਣਾ, ਗਿਆਨ ਰੂਪੀ ਨਾਮ ਨੂੰ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਭੈ ਭਾਵਨੀ ਵਿੱਚ ਜਿਉਣਾ, ਫਿਰ ਰੱਬ ਦੇ ਨੈਟਵਰਕ ਵਿੱਚੋਂ, ਰੱਬ ਦੀ ਦਰਗਾਹ 'ਚ ਜਿਹੜਾ ਮਾਨ ਸਨਮਾਨ ਮਿਲਦਾ ਨਾ, ਉਹਨੂੰ ਕੋਈ ਨਹੀਂ ਖੋ ਸਕਦਾ। ਆਖੋ ਵਾਹਿਗੁਰੂ। ਰੱਬ ਵੱਲੋਂ ਮਿਲੇ ਹੋਏ ਮਾਨ ਸਨਮਾਨ ਨੂੰ ਕੋਈ ਬਦਲ ਨਹੀਂ ਸਕਦਾ। ਨਾਨਕ ਪਤ ਛੇਤੀ ਘਰ ਜਾਵਹਿ, ਐਸੇ ਗੁਰਮੁਖ ਗੁਰੂ ਕੇ ਗੁਰਸਿੱਖ। ਹੈ ਨਾਨਕ ਜੀ, ਉਹ ਸੰਸਾਰ ਵਿੱਚ ਆਪਣੇ ਗੁਰੂ ਦੇ ਮਿਸ਼ਨ ਤੇ ਤੁਰ ਕੇ ਲੋਕਾਂ ਲਈ ਜਿਉਂਦੇ ਨੇ, ਉਹ ਕੁਝ ਕਰ ਜਾਂਦੇ ਨੇ ਤੇ ਦੁਨੀਆ ਦੇ ਦਿਲਾਂ ਤੇ ਰਾਜ ਕਰਦੇ ਨੇ, ਉਹ ਬੜੀ ਪਤ ਇੱਜ਼ਤ ਦੇ ਨਾਲ ਜ਼ਿੰਦਗੀ ਜਿਉਂ ਕੇ ਜਾਂਦੇ ਨੇ। ਆਖੋ ਵਾਹਿਗੁਰੂ। ਸਾਨੂੰ ਸਾਰਿਆਂ ਨੂੰ ਐਸਾ ਸੁਭਾਅ, ਐਸੀ ਸੋਚ, ਐਸਾ ਜੀਵਨ ਮਿਲੇ। ਇਸ ਤੋਂ ਬਾਅਦ ਤੀਸਰੀ ਅਸ਼ਟਪਦੀ ਤੋਂ ਬਾਅਦ ਕੱਲ ਦੇ ਐਪੀਸੋਡ ਵਿੱਚ ਅਗਲੇ ਅੰਗ ਤੇ ਪਾਵਨ ਅੰਗ 270 ਤੇ ਅੰਕਿਤ ਕੱਲ ਨੂੰ ਫਿਰ ਹਾਜ਼ਰ ਹੋਵਾਂਗਾ। ਅਰਥਾਂ ਸਮੇਤ ਸਹਿਜ ਪਾਠ ਜਿੰਨੀ ਕੁ ਸੋਝੀ ਹੈ ਵੰਡਣ ਵਾਸਤੇ ਨਿਤ ਇਸ ਵੀਡੀਓ ਰਾਹੀਂ YouTube ਚੈਨਲ ਗੁਰਗਿਆਨ TV ਰਾਹੀਂ ਤੁਹਾਡੇ ਘਰ ਪਹੁੰਚਦਾ ਹਾਂ, ਤੁਹਾਡੇ ਸਨਮੁਖ ਪਹੁੰਚਦਾ ਹਾਂ। ਚਾਕਰ ਹਾਂ ਗੁਰੂ ਕਾ, ਚਾਕਰ ਬਣ ਕੇ ਤੁਹਾਡੀ ਚਾਕਰੀ ਕਰਨ ਵਾਸਤੇ ਆਉਂਦਾ ਹਾਂ। ਗੁਰੂ ਦੇ ਸਿਧਾਂਤਾਂ ਨੂੰ ਆਪਣੇ ਹਿਰਦੇ ਵਿੱਚ ਸਮੋ ਲਓ, ਬੱਚਿਆਂ ਵਿੱਚ ਸਮੋ ਦਿਓ। ਤੁਹਾਡਾ ਘਰ ਧਰਮਸ਼ਾਲਾ ਬਣੇ, ਤੁਸੀਂ ਜ਼ਿੰਦਗੀ ਦੀ ਹਰ ਜੰਗ ਜਿੱਤੋ, ਤੁਹਾਡੇ ਰਿਸ਼ਤਿਆਂ ਵਿੱਚ ਖੁਸ਼ੀਆਂ ਭਰ ਜਾਣ, ਤੁਹਾਡੇ ਬੱਚੇ ਆਗਿਆਕਾਰੀ ਬਣ ਜਾਣ। ਇਹਨਾਂ ਉਮੀਦਾਂ ਅਰਦਾਸਾਂ ਸਹਿਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।